सत श्री अकाल जी सारिਆਂ ਨੂੰ स्वागत करदी हां मैं तुहाडा अपने चैनल मैथ विद सुमनप्रीत कौर ते मैं आ सुमनप्रीत कौर ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਭਾਰਤੀ ਨਾਗਰਿਕਤਾ ਦੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ MCQ। ਹਾਂਜੀ, ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਤੁਸੀਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ। ਹਰੇਕ ਸਿਲੇਬਸ ਦੇ ਵਿੱਚ ਕਾਮਨ ਟੌਪਿਕ ਹੁੰਦਾ ਇੰਡੀਅਨ ਪੋਲਿਟੀ, ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੰਡੀਅਨ ਪੋਲਿਟੀ ਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਇਕੱਲਾ ਟੌਪਿਕ ਕਵਰ ਕਰ ਰਹੇ ਸੀ। ਪਹਿਲਾਂ ਅਸੀਂ 2 ਟੌਪਿਕ ਕਵਰ ਕਰ ਰਹੇ ਨੇ ਤੇ ਅੱਜ ਦਾ ਜਿਹੜੀ ਸਾਡੀ 3rd ਕਲਾਸ ਆ ਇਹ ਅਸੀਂ ਭਾਰਤੀ ਨਾਗਰਿਕਤਾ ਦੇ ਨਾਲ ਰਿਲੇਟਡ ਲਗਾਉਣ ਜਾ ਰਹੇ ਹਾਂ। ਠੀਕ ਹੈ ਜੀ, ਤੇ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਆ ਭਾਰਤੀ ਨਾਗਰਿਕਤਾ ਦੇ ਨਾਲ ਰਿਲੇਟਡ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਮੈਂ ਸਾਰੇ ਹੀ ਕੁਐਸਚਨਸ ਇੰਪੋਰਟੈਂਟ ਐਂਡ ਸਿਲੈਕਟਡ ਲਏ ਆ, ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ, ਇੱਕ ਵੀ MCQ ਨਾ ਮਿਸ ਕਰਨਾ, ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਸਭ ਤੋਂ ਪਹਿਲਾਂ ਦੇਖੋ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਕਰ ਰਹੇ ਹਾਂ, ਭਾਰਤੀ ਸੰਵਿਧਾਨ ਦੀ ਨਾਗਰਿਕਤਾ ਦੀ ਗੱਲ ਕਰ ਰਹੇ ਹਾਂ। ਤਾਂ ਨਾਗਰਿਕਤਾ ਸੰਬੰਧੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤੀ ਸੰਵਿਧਾਨ ਦੇ ਭਾਗ 2 ਦੇ ਵਿੱਚ ਨਾਗਰਿਕਤਾ ਸੰਬੰਧੀ ਜਾਣਕਾਰੀ ਮਿਲਦੀ ਹੈ, ਕਿਉਂਕਿ ਭਾਰਤੀ ਸੰਵਿਧਾਨ ਦੇ ਕਿੰਨੇ ਭਾਗ ਆ? ਟੋਟਲ 25 ਭਾਗ ਨੇ। ਠੀਕ ਹੈ, ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ 22 ਸੀ, ਵਰਤਮਾਨ ਸਮੇਂ ਦੇ ਵਿੱਚ 25 ਆ। ਤੇ ਭਾਗ 2 ਆ ਜਿਹੜਾ ਇਹਨਾਂ ਦੇ ਵਿੱਚੋਂ ਉਹ ਕਿਹਦੇ ਨਾਲ ਸੰਬੰਧਿਤ ਆ? ਭਾਗ 2 ਆ ਜੀ ਉਹ ਭਾਰਤੀ ਨਾਗਰਿਕਤਾ ਨਾਲ ਸੰਬੰਧਿਤ ਆ। ਠੀਕ ਹੈ, ਭਾਰਤੀ ਸੰਵਿਧਾਨ ਦੇ ਵਿੱਚ ਭਾਗ 2 ਦੇ ਵਿੱਚ ਸਾਨੂੰ ਨਾਗਰਿਕਤਾ ਸੰਬੰਧੀ ਜਾਣਕਾਰੀ ਮਿਲਦੀ ਆ। ਤੇ ਜਿਹੜੀ ਨਾਗਰਿਕਾਂ ਸੰਬੰਧੀ ਜਾਣਕਾਰੀ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਅਸੀਂ ਕਿਹੜੇ ਦੇਸ਼ ਤੋਂ ਲਈ ਆ? ਇਹ ਅਸੀਂ ਬ੍ਰਿਟੇਨ ਦੇ ਦੇਸ਼ ਤੋਂ ਲਈ ਆ। ਬ੍ਰਿਟੇਨ ਦੇ ਵਿੱਚ ਇਕਹਿਰੀ ਨਾਗਰਿਕਤਾ ਵਾ। ਠੀਕ ਹੈ ਜੀ, ਤੇ ਭਾਰਤ ਦੇ ਵਿੱਚ ਵੀ ਇਕਹਿਰੀ ਨਾਗਰਿਕਤਾ ਇਹ ਅਸੀਂ ਬ੍ਰਿਟੇਨ ਤੋਂ ਅਡਾਪਟ ਕੀਤੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਹੁਣ ਆਪਾਂ ਵੀਡੀਓ ਦੇ ਇੰਪੋਰਟੈਂਟ MCQ ਆ ਜਿਹੜੇ ਉਹ ਸ਼ੁਰੂ ਕਰਦੇ ਹਾਂ। ਹਾਂਜੀ, ਹੇਠ ਲਿਖਿਆਂ ਵਿੱਚੋਂ ਕਿਹੜੇ ਲੋਕ ਪਦ ਅਧਿਕਾਰੀ ਕੇਵਲ ਭਾਰਤੀ ਨਾਗਰਿਕ ਹੋ ਸਕਦੇ ਆ? ਹਾਂਜੀ, ਕਿਹੜੇ ਲੋਕ ਪਦ ਅਧਿਕਾਰੀ ਭਾਰਤੀ ਨਾਗਰਿਕ ਹੋ ਸਕਦੇ ਆ? ਜਲਦੀ ਨਾਲ ਆਪਸ਼ਨ ਨੂੰ ਰੀਡ ਕਰੋ। ਜਿਹੜੇ ਸਟੂਡੈਂਟਸ ਨੇ ਨੈਬ ਤਹਿਸੀਲਦਾਰ ਦਾ ਐਗਜ਼ਾਮ ਦਿੱਤਾ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿ ਇਹ MCQ ਕਿੰਨਾ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ। ਤਾਂ ਜਲਦੀ ਨਾਲ ਰੀਡ ਕਰੋ ਆਪਸ਼ਨਸ। ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ, ਇਹਨਾਂ ਦੇ ਵਿੱਚੋਂ ਇਹ ਲੋਕ ਪਦ ਲਿਖਿਆ ਵਾ, ਲੋਕ ਪਦ ਅਧਿਕਾਰੀ ਮਤਲਬ ਆਉਂਦੇ ਵਾਲੇ ਭਾਰਤ ਦੇ ਨਾਗਰਿਕ ਹੋ ਸਕਦੇ ਆ। ਤਾਂ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ। ਹਾਂਜੀ, ਰਾਜ ਦੇ ਰਾਜਪਾਲ, ਰਾਜਾਂ ਦੇ ਰਾਜਪਾਲ, ਭਾਰਤ ਦਾ ਅਟਾਰਨੀ ਜਨਰਲ ਅਤੇ ਐਡਵੋਕੇਟਡ ਜਨਰਲ, ਇਹ ਉਪਰੋਕਤ ਸਾਰੇ ਹੀ ਆ ਜਿਹੜੇ ਕੀ ਆ ਭਾਰਤੀ ਨਾਗਰਿਕ ਹੋ ਸਕਦੇ ਆ। ਮਤਲਬ ਕਿ ਜੋ ਭਾਰਤ ਦਾ ਰਾਸ਼ਟਰਪਤੀ ਉਹ ਤਾਂ ਭਾਰਤ ਦਾ ਪਹਿਲਾ ਨਾਗਰਿਕ ਮੰਨਿਆ ਜਾਂਦਾ ਵਾ ਨਾ। ਤਾਂ ਭਾਰਤ ਦੇ ਨਾਗਰਿਕ ਕਿਹੜੇ ਲੋਕ ਪਦ ਅਧਿਕਾਰੀ ਹੋ ਸਕਦੇ ਆ? ਇੱਥੇ ਧਿਆਨ ਦਿਓ। ਠੀਕ ਹੈ, ਤਾਂ ਕਿਹੜੇ ਹੋ ਸਕਦੇ ਆ ਜੀ? ਭਾਰਤ ਦਾ ਅਟਾਰਨੀ ਜਨਰਲ, ਐਡਵੋਕੇਟ ਜਨਰਲ, ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਾਂ ਦੇ ਰਾਜਪਾਲ। ਹੁਣ ਤੁਸੀਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ ਕਿ ਭਾਰਤ ਦੇ ਅਟਾਰਨੀ ਜਨਰਲ ਤੇ ਐਡਵੋਕੇਟ ਜਨਰਲ ਕੌਣ ਨੇ, ਰਾਸ਼ਟਰਪਤੀ ਕੌਣ ਨੇ ਤੇ ਉਪ ਰਾਸ਼ਟਰਪਤੀ ਕੌਣ ਨੇ। ਠੀਕ ਹੈ ਜੀ, ਅਗਲਾ ਪ੍ਰਸ਼ਨ 1955 ਈਸਵੀ ਦੇ ਨਾਗਰਿਕਤਾ ਐਕਟ ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਭਾਰਤੀ ਨਾਗਰਿਕ ਮੰਨੇ ਜਾਂਦੇ ਹਨ? ਹਾਂਜੀ, 1955 ਈਸਵੀ ਦੇ ਨਾਗਰਿਕਤਾ ਐਕਟ ਦੇ ਅਨੁਸਾਰ ਇਹਨਾਂ ਦੇ ਵਿੱਚੋਂ ਭਾਰਤੀ ਨਾਗਰਿਕਾਂ ਤੋਂ ਪੈਦਾ ਹੋਏ ਬੱਚੇ ਜੋ ਵਿਦੇਸ਼ਾਂ ਵਿੱਚ ਹੋਏ ਹਨ ਅਤੇ ਉਹ ਬੱਚੇ ਜੋ ਭਾਰਤੀ ਸੰਘ ਦੇ ਅੰਦਰ ਵਿਦੇਸ਼ੀ ਨਾਗਰਿਕਤਾ ਤੋਂ ਪੈਦਾ ਹੋਣ, ਉਹਨਾਂ ਨੂੰ ਅਸੀਂ ਭਾਰਤੀ ਨਾਗਰਿਕ ਮੰਨਾਂਗੇ। ਠੀਕ ਹੈ, ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਭਾਰਤੀ ਸੰਵਿਧਾਨ ਦੇ ਅਕੋਰਡਿੰਗ ਉਹ ਬੱਚੇ ਜੋ ਕਿ ਭਾਰਤੀ ਨਾਗਰਿਕਾਂ ਦੇ ਆ ਤੇ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਨੇ। ਠੀਕ ਹੈ, ਅਤੇ ਭਾਰਤੀ ਸੰਘ ਦੇ ਅੰਦਰ ਵਿਦੇਸ਼ੀ ਨਾਗਰਿਕਤਾ ਤੋਂ ਪ੍ਰਾਪਤ ਹੋਏ ਆ। ਇਹ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਗੱਲ ਹੋਈ ਆ। ਤਾਂ ਭਾਰਤੀ ਸੰਵਿਧਾਨ ਦਾ ਭਾਗ 2 ਆ ਜਿਹੜਾ, ਵੈਸੇ ਇਹਦੇ ਵਿੱਚ ਕਿੰਨੇ ਅਨੁਛੇਦ ਆ ਜਿਹੜੇ ਸੰਬੰਧਿਤ ਆ? 5 ਤੋਂ 11 ਅਨੁਛੇਦ ਨਾਗਰਿਕਤਾ ਨਾਲ ਸੰਬੰਧਿਤ ਆ। ਠੀਕ ਹੈ, ਅੱਗੇ ਅਸੀਂ ਡਿਸਕਸ ਕਰਾਂਗੇ ਕਿ ਕਿਹੜੇ ਆ ਤੇ ਕਿਵੇਂ ਆ। ਅੱਗੇ ਦੇਖੋ, ਦੁਸ਼ਮਣਾਂ ਅਤੇ ਰਾਜਦੂਤਾਂ ਤੋਂ ਪੈਦਾ ਹੋਏ ਜੋ ਭਾਰਤੀ ਸੰਘ ਦੇ ਅੰਦਰ ਜਨਮ ਲੈਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ? ਹਾਂਜੀ, ਦੁਸ਼ਮਣਾਂ ਅਤੇ ਰਾਜਦੂਤਾਂ ਤੋਂ ਪੈਦਾ ਹੋਏ ਬੱਚੇ ਜੋ ਭਾਰਤੀ ਸੰਘ ਦੇ ਅੰਦਰ ਜਨਮ ਲੈਂਦੇ ਆ ਉਹਨਾਂ ਨੂੰ ਆਪਣੇ ਦੇਸ਼ ਦੇ ਨਾਗਰਿਕ, ਜਿੱਥੋਂ ਦੇ ਉਹ ਮੂਲ ਨਿਵਾਸੀ ਹਨ ਉੱਥੋਂ ਦੇ ਹੀ ਨਾਗਰਿਕ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ,
ਹੇਠ ਲਿਖਿਆਂ ਵਿੱਚੋਂ ਕੌਣ ਕਿਸੇ ਨੂੰ ਭਾਰਤੀ ਨਾਗਰਿਕਤਾ ਤੋਂ ਵੰਜਿਤ ਕਰ ਸਕਦਾ ਹੈ? ਹਾਂਜੀ, ਭਾਰਤੀ ਨਾਗਰਿਕਤਾ ਤੋਂ ਵੰਜਿਤ ਕਰ ਸਕਦੀ ਹੈ ਕੇਵਲ ਕੇਂਦਰ ਸਰਕਾਰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਕਿਵੇਂ ਕਰ ਸਕਦੀ ਹੈ? ਦੇਖੋ, ਆਪਾਂ ਗੱਲ ਕਰੀਏ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਮੈਂ ਜਿਵੇਂ ਕਿ ਤੁਹਾਨੂੰ ਬੋਲਿਆ 5 ਤੋਂ 11 ਅਨੁਛੇਦ ਆ, ਹੈ ਨਾ, ਨਾਗਰਿਕਤਾ ਨਾਲ ਸੰਬੰਧਿਤ। ਜਿਹੜਾ ਨਾ 5 ਆ ਉਹਦੇ ਵਿੱਚ ਨਾਗਰਿਕਤਾ ਦੀ ਪਰਿਭਾਸ਼ਾ ਮਿਲਦੀ ਆ, ਠੀਕ ਹੈ। ਅਨੁਛੇਦ 5 ਦੇ ਵਿੱਚ ਭਾਰਤ ਦੀ ਨਾਗਰਿਕਤਾ ਦੀ ਪਰਿਭਾਸ਼ਾ ਮਿਲਦੀ ਆ। ਅਨੁਛੇਦ 6 ਦੇ ਵਿੱਚ ਪਾਕਿਸਤਾਨ ਤੋਂ ਆਉਣ ਵਾਲਿਆਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਆ। ਅਨੁਛੇਦ 7 ਦੇ ਵਿੱਚ ਜਿਹੜੇ ਲੋਕ ਭਾਰਤ ਤੋਂ ਪਾਕਿਸਤਾਨ ਚਲੇ ਜਾਂਦੇ ਆ ਉਹਨਾਂ ਦੀ ਜਾਣਕਾਰੀ ਆ। ਅਨੁਛੇਦ 8 ਦੇ ਵਿੱਚ ਭਾਰਤ ਵਿੱਚ ਜਨਮ ਹੋਇਆ ਹੋਵੇ ਪਰ ਰਹਿੰਦੇ ਵਿਦੇਸ਼ ਦੇ ਵਿੱਚ ਹੋਣ, ਇਸ ਸੰਬੰਧੀ ਜਾਣਕਾਰੀ ਮਿਲਦੀ ਆ। ਅਨੁਛੇਦ 9 ਦੇ ਵਿੱਚ ਵਿਦੇਸ਼ੀ ਰਾਜ ਦੀ ਨਾਗਰਿਕਤਾ ਲੈਣ ਤੇ ਭਾਰਤ ਦਾ ਨਾਗਰਿਕ ਨਾ ਹੋਣ, ਠੀਕ ਹੈ। ਮਤਲਬ ਕਿ ਜੇ ਕੋਈ ਵਿਦੇਸ਼ ਦੇ ਵਿੱਚ ਜਾ ਕੇ ਪੱਕਾ ਹੋ ਜਾਂਦਾ ਤਾਂ ਉਹ ਫਿਰ ਭਾਰਤ ਦਾ ਨਾਗਰਿਕ ਨਹੀਂ ਰਹੇਗਾ, ਮਤਲਬ ਉਹ ਫਿਰ ਭਾਰਤ ਦੇ ਨਾਗਰਿਕ ਨਹੀਂ ਹੋਣਗੇ। ਤੇ ਇਹ ਜਾਣਕਾਰੀ ਮਿਲਦੀ ਹੈ ਅਨੁਛੇਦ 9 ਦੇ ਵਿੱਚ। 10 ਦੇ ਵਿੱਚ ਕਿਹੜੀ ਜਾਣਕਾਰੀ ਮਿਲਦੀ ਹੈ ਕਿ ਨਾਗਰਿਕਤਾ ਦੇ ਅਧਿਕਾਰਾਂ ਦੀ ਨਿਰੰਤਰਤਾ। ਅਨੁਛੇਦ 11 ਦੇ ਵਿੱਚ ਨਾਗਰਿਕਤਾ ਦੇ ਅਧਿਕਾਰਾਂ ਨੂੰ ਨਿਯਮਿਤ ਕਰਨ ਲਈ ਸੰਸਦ ਦੁਆਰਾ ਬਣਾਏ ਜਾਣ ਵਾਲੇ ਕਾਨੂੰਨਾਂ ਦੀ ਜਾਣਕਾਰੀ ਮਿਲਦੀ ਆ, ਠੀਕ ਹੈ ਜੀ, ਇਹ ਨੋਟ ਕਰ ਲੈਣਾ। ਅਗਲਾ ਪ੍ਰਸ਼ਨ ਆ, ਸੰਸਦ ਦੇ ਨਾਗਰਿਕਤਾ ਕਾਨੂੰਨ ਕਿਸ ਸਾਲ ਪਾਸ ਕੀਤਾ? ਹਾਂਜੀ, ਸੰਸਦ ਨੇ ਜਿਹੜਾ ਨਾਗਰਿਕਤਾ ਕਾਨੂੰਨ ਆ ਇਹ ਕਦੋਂ ਪਾਸ ਕੀਤਾ ਸੀ? ਇਹ 1955 ਦੇ ਵਿੱਚ ਕੀਤਾ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਤੇ ਇਸ ਕਾਨੂੰਨ ਵਿੱਚ ਕੀ ਸੀਗਾ ਕਿ ਉਹ ਭਾਰਤੀ ਨਾਗਰਿਕ ਉਹ ਬੱਚੇ ਜੋ ਕਿ ਭਾਰਤੀ ਨਾਗਰਿਕਾਂ ਦੇ ਆ, ਯਾਨੀ ਕਿ ਜਿਹੜੇ ਭਾਰਤ ਦੇ ਵਸਨੀਕਾਂ ਦੇ, ਭਾਰਤ ਦੇ ਨਾਗਰਿਕਾਂ ਦੇ ਆ, ਉਹ ਵਿਦੇਸ਼ਾਂ ਦੇ ਵਿੱਚ ਹੋਏ ਹਨ ਅਤੇ ਉਹ ਬੱਚੇ ਜੋ ਭਾਰਤ ਦੇ ਅੰਦਰ ਹੀ ਹੋਇਆ, ਮਤਲਬ ਕਿ ਭਾਰਤ ਦੇ ਵਿੱਚ ਪੈਦਾ ਹੋਇਆ, ਅੱਧੇ ਵਿਦੇਸ਼ਾਂ ਦੇ ਵਿੱਚ ਪੈਦਾ ਹੋਇਆ, ਉਹ ਕੀ ਆ, ਭਾਰਤ ਦੇ ਨਾਗਰਿਕ ਮੰਨੇ ਜਾਣਗੇ, ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਭਾਰਤ ਵਿੱਚ ਇਕਹਿਰੀ ਨਾਗਰਿਕਤਾ ਕਿਸ ਦੇਸ਼ ਤੋਂ ਲਈ ਗਈ ਹੈ? ਇਹ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ, ਬ੍ਰਿਟੇਨ ਤੋਂ ਲਈ ਗਈ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਸ੍ਰੀਲੰਕਾ ਤੇ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਦੀ ਬਹੁਤ ਜ਼ਿਆਦਾ ਗਿਣਤੀ ਦੇ ਕਾਰਨ ਸਿਟੀਜ਼ਨਸ਼ਿਪ ਜਾਣੀ ਕਿ ਨਾਗਰਿਕਤਾ ਐਕਟ 1955 ਵਿੱਚ ਸ਼ੋਧ ਕੀਤੀ ਗਈ ਸੀ, ਠੀਕ ਹੈ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਭਾਰਤੀ ਨਾਗਰਿਕਤਾ ਵਿੱਚ ਸਭ ਤੋਂ ਪਹਿਲਾਂ ਸੋਧ ਕਦੋਂ ਹੋਈ? 1955 ਦੇ ਵਿੱਚ ਹੋਈ, ਠੀਕ ਹੈ ਜੀ। ਸਿਟੀਜ਼ਨਸ਼ਿਪ ਐਕਟ 1955 ਵਿੱਚ ਸ਼ੋਧ ਕੀਤੀ ਗਈ ਅਤੇ ਜਨਮ ਦੁਆਰਾ ਨਾਗਰਿਕਤਾ ਉਹਨਾਂ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਜੋ 26 ਜਨਵਰੀ 1950 ਅਤੇ ਡੈਸ਼ ਨੂੰ ਜਾਂ ਇਸ ਤੋਂ ਬਾਅਦ ਪੈਦਾ ਹੋਏ, ਠੀਕ ਹੈ। ਦੇਖੋ, ਸ਼੍ਰੀਲੰਕਾ ਤੇ ਬੰਗਲਾਦੇਸ਼ ਤੋਂ ਜਿਹੜੇ ਭਾਰਤ ਵਿੱਚ ਆਉਣ ਵਾਲੇ ਸ਼ਰਨਾਰਥੀ ਸੀ ਉਹ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਏ ਸੀ ਤੇ ਇਹ ਜਿਹੜਾ ਨਾਗਰਿਕਤਾ ਐਕਟ 1955 ਦੇ ਵਿੱਚ ਸ਼ੋਧ ਕੀਤੀ ਗਈ ਤੇ ਇਹ ਕਿਹਾ ਗਿਆ ਕਿ ਜਨਮ ਦੁਆਰਾ ਨਾਗਰਿਕਤਾ ਉਹਨਾਂ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਸੀ ਕਿ ਮਤਲਬ ਕਿ ਜਨਮ ਦੀ ਨਾਗਰਿਕਤਾ ਉਹਨਾਂ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਸੀ ਜੋ 26 ਜਨਵਰੀ 1950 ਅਤੇ 30 ਜੂਨ 1987 ਨੂੰ ਜਾਂ 1987 ਤੋਂ ਬਾਅਦ ਹੋਏ ਸੀ। 30 ਜੂਨ 1987 ਤੋਂ ਬਾਅਦ ਹੋਈ ਸੀ, ਠੀਕ ਹੈ ਜੀ। ਉਹਨਾਂ ਨੂੰ ਇਹ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਇਸੇ ਤਰ੍ਹਾਂ ਦੇ ਜ਼ਿਆਦਾ ਵੱਡੀਆਂ ਸਟੇਟਮੈਂਟਸ ਵਾਲੇ MCQ ਅਕਸਰ ਐਗਜ਼ਾਮ ਦੇ ਵਿੱਚ ਆਉਂਦੇ ਨੇ। ਅਗਲਾ ਪ੍ਰਸ਼ਨ, ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਸ਼ਰਤਾਂ ਹਨ? ਹਾਂਜੀ, ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਕਿਹੜੀਆਂ ਸ਼ਰਤਾਂ ਨੇ? ਤਾਂ ਜਿਹੜੀਆਂ ਇਹ ਸ਼ਰਤਾਂ ਨੇ ਉਹ ਹੈਗੀਆਂ ਜੀ ਡੋਮਿਸਾਈਲ, ਡਿਸੈਂਟ ਅਤੇ ਰਜਿਸਟ੍ਰੇਸ਼ਨ, ਠੀਕ ਹੈ। ਜਾਣੀ ਕਿ ਜਨਮ ਦੇ ਆਧਾਰ ਤੇ, ਪਰੰਪਰਾ ਦੁਆਰਾ ਅਤੇ ਰਜਿਸਟਰੀਕਰਨ ਦੁਆਰਾ ਜਿਹੜੀ ਭਾਰਤ ਦੀ ਨਾਗਰਿਕਤਾ ਵਾ ਉਹ ਪ੍ਰਾਪਤ ਕੀਤੀ ਜਾ ਸਕਦੀ ਆ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਤੁਹਾਨੂੰ ਆਪਸ਼ਨ ਏ ਆ ਸਕਦਾ ਜਨਮ ਦੇ ਆਧਾਰ ਤੇ, ਆਪਸ਼ਨ ਬੀ ਆ ਸਕਦਾ ਪਰੰਪਰਾ ਦੁਆਰਾ, ਆਪਸ਼ਨ ਸੀ ਆ ਸਕਦਾ ਰਜਿਸਟਰੀਕਰਨ ਦੁਆਰਾ। ਤਾਂ ਤੁਸੀਂ ਸਾਰੇ ਹੀ ਲਗਾਓਗੇ। ਅਗਲਾ ਪ੍ਰਸ਼ਨ, ਸੰਵਿਧਾਨ ਦੇ ਕਿਸ ਭਾਗ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਵਿਵਸਥਾਵਾਂ ਹਨ? ਹਾਂਜੀ, ਕਿਹੜੇ ਭਾਗ ਦੇ ਵਿੱਚ ਆ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਸਟਾਰਟਿੰਗ ਦੇ ਵਿੱਚ। ਭਾਗ 2 ਅਨੁਛੇਦ 5 ਤੋਂ 11 ਦੇ ਨਾਲ, ਅਨੁਛੇਦ 5 ਤੋਂ 11 ਨੇ ਭਾਗ 2 ਦੇ ਵਿੱਚ, ਠੀਕ ਹੈ। ਇਹ ਨਾਗਰਿਕਤਾ ਨਾਲ ਸੰਬੰਧਿਤ ਆ। ਅਗਲਾ ਪ੍ਰਸ਼ਨ, ਹਾਂਜੀ, ਅਗਲੇ ਪ੍ਰਸ਼ਨ ਦੇ ਵਿੱਚ ਉਹਨਾਂ ਨੇ ਪੁੱਛਿਆ ਓਵਰਸੀਜ਼, ਹਾਂਜੀ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ, OCI ਇਹਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ। ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਬਾਰੇ ਹੇਠ ਲਿਖਿਆਂ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਕਿ ਲਿਖਿਆ ਕੀ ਹੈ ਉਹਨਾਂ ਨੇ। ਜਿਹੜਾ ਓਵਰਸੀਜ਼ ਸਿਟੀਜ਼ਨ ਆ
एक ओवरसीज सिटीजन ऑफ इंडिया किसी होर देश का नागरिक हुंदा है, बिल्कुल सही है, होर दा हुंदा वा, आपां गलत दसना वा, ठीक है। तो एक ओवरसीज सिटीजन ऑफ इंडिया कोल मल्टीपल एंट्री अते भारत आउण लई लंबी मियाद वाला वीज़ा हुंदा है, बिल्कुल हुंदा है। अगे एक OCI सारे मामलों विच NRI दे बराबर हुंदा नहीं, NRI दे बराबर नहीं हुंदा। NRI दे विच की आ ਇਹ जानकारी मिलती है, NRI का मतलब कि ਜਿਹੜੇ लोग विदेश जा चुके आ उन्हां दी संपत्ति ते कोई होर कब्जा कर लेंदा जां ਇਹ सारा कुछ एरा वगैरह NRI मामले हुंदे आ ਇਹਦੇ ਵਿੱਚ, ठीक है। ਤਾਂ ਇਹ गलत आ। अगे आ एक OCI जनतक रोजगार के मौके लिए बराबरी ते मौलिक अधिकार का हकदार नहीं हुंदा, ये भी बिल्कुल ठीक है, ठीक है। ऑप्शन सी इसका राइट आंसर है कि ये गलत आ। अगला प्रश्न, दिल्ली हाई कोर्ट ने हाल ही विच उन्हां तिब्बतियां नूं भारतीय नागरिकता दित्ती जो इस समय दौरान भारत विच आए सी। हाई कोर्ट ने उन्हां तिब्बती यानी कि तिब्बत के लोगों नूं भारतीय नागरिकता दित्ती आ जो 26 जनवरी 1950 तो 1 जुलाई 1987 दे विच भारत आए सी, ठीक है। ऑप्शन सी इज द राइट आंसर। अगला प्रश्न, हेठ लिखे संविधान के अनुच्छेदां विचों किहड़ा संविधान के शुरू होने समय नागरिकता के उपबंधां का वर्णन करदा? हाँ जी, नागरिकां दा उपबंधन का वर्णन किहड़ा अनुच्छेद करदा वा? ऑप्शन बी, ठीक है, अनुच्छेद 5। अनुच्छेद 5 आ जिहड़ा इस दे विच भारतीय नागरिकता की जिहड़ी परिभाषा वा वो मिलदी आ, तां नागरिकां दे उपबंधां दा वर्णन अनुच्छेद 5 करदा। अगला प्रश्न, ओवरसीज सिटीजन ऑफ इंडिया के सदंबर विच हेठ लिखियां विचों किहड़ा कथन सही नहीं है? पहला नाल दा ही MCQ आ गया बट ऑप्शन चेंज ने, ठीक है। तो सब तो पहला असीं पढ़ लैंदे आ। एक विदेशी नागरिक जो आप जां उहदे माता पिता दा जां दादा दादी जां पड़दादा पड़दादी विचों कोई भी एक पाकिस्तान जां बांग्लादेश दे नागरिक हन तां ओह OCI दे योग नहीं हन। ये गलत है जी, ये गलत आ, सही नहीं गा ये। क्यों? क्योंकि एक विदेशी नागरिक जो आप जां उहदे दादा माता पिता जां उहदे दादा दादी जां पड़दादा पड़दादी कोई एक भी जे पाकिस्तान जां बांग्लादेश दे नागरिक हन तां ओह OCI दे योग हुंदा है, ठीक है। तो इत्थे पहला ही साडा गलत हो गया, मतलब ऑप्शन ए ही इहदा राइट आंसर है। अगला भी पढ़ लैंदे तां जो सानू OCI दे बारे थोड़ी जानकारी मिल सके। ओवरसीज सिटीजन ऑफ इंडिया नूं सिर्फ 10 सालां दी मियाद लई मल्टीपल एंट्री वीज़ा दिता जांदा है, बिल्कुल ठीक है। एक ओवरसीज सिटीजन ऑफ इंडिया नूं खोज कार्य छड्ड के वो सारियां गतिविधियां करन दी इजाजत है जिस लई वो विशेष इजाजत की लोड़ हुंदी है, बिल्कुल ठीक है। कोई भी विदेशी नागरिक जो 26 जनवरी 1950 नूं भारत का नागरिक बनने के योग सी वो OCI बनने के योग हुंदा है, बिल्कुल ठीक है। अगला प्रश्न, भारतीय नागरिकता के किहड़े अनुच्छेद नागरिकता नाल संबंधित हैं? ये भी मैं तुहानूं ऑलरेडी दस चुकी हूँ, जल्दी नाल आंसर दो कमेंट बॉक्स च। ऑप्शन सी इज द राइट आंसर। अगला प्रश्न, देसीकरण राही, हाँ जी, देसीकरण राही नागरिकता हासिल करने का आधार किहड़ा है? वोट, चोण, ठीक है। ऑप्शन बी इज द राइट आंसर है। चोण आ जिहड़ा यह नागरिकता हासिल करने का एक आधार। अगला प्रश्न, ओवरसीज सिटीजन ऑफ इंडिया की श्रेणी नूं भारतीय नागरिकता एक्ट विच संविधानिक शोध एक्ट राही किहड़े साल विच दाखिल किया गया? हाँ जी, ओवरसीज सिटीजन ऑफ इंडिया की श्रेणी नूं भारतीय नागरिकता एक्ट विच संविधानक शोध राही 2005 दे विच शामिल किया गया। ऑप्शन बी इज द राइट आंसर। अगला प्रश्न, भारत के नागरिकताओं द्वारा किस किस्म की नागरिकता प्रदान की गई है? हाँ जी, भारत के नागरिकों को किहड़ी किस्म की नागरिकता प्रदान की गई है संविधान द्वारा? इकहरी नागरिकता। ऑप्शन ए इज द राइट आंसर, इकहरी नागरिकता। अमेरिका दे विच दोहरी नागरिकता, ठीक है, भी तुसीं ध्यान रखना, दोहरी नागरिकता कित्थे आ? अमेरिका दे विच आ। अगला प्रश्न, भारत विच इकहरी नागरिकता का सिद्धांत किस देश तो लिया गया? मैं ऑलरेडी दस चुकी हाँ किहड़े देश तो लिया गया। भारत विच इकहरी नागरिकता का जिहड़ा सिद्धांत आ वो असीं किहदे तो लिया? ब्रिटेन तो, UK तो, ठीक है। तो उहदी जगह ते तुहानूं इंग्लैंड आ गया तो तुसीं इंग्लैंड दी ऑप्शन लगा दोगे। ऑप्शन ए इज द राइट आंसर है। अगला प्रश्न, विदेशी नूं गोद लैना, हाँ जी, अगले दे विच 19 दे विच ना बाई मिस्टेक टाइप नहीं होया, इत्थे डैश द्वारा
ਵਿਅਕਤੀ ਨਾਗਰਿਕਤਾ ਨਹੀਂ ਗਵਾ ਸਕਦਾ। ਕਿਹਦੇ ਦੁਆਰਾ ਨਾਗਰਿਕਤਾ ਨਹੀਂ ਗਵਾ ਸਕਦਾ? ਵਿਅਕਤੀਗਤ ਯੋਗਤਾ ਦੁਆਰਾ ਇੱਕ ਵਿਅਕਤੀ ਆ ਜਿਹੜਾ ਉਹ ਨਾਗਰਿਕਤਾ ਨਹੀਂ ਗਵਾ ਸਕਦਾ। ਆਪਸ਼ਨ ਇੱਥੇ ਡੀ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ, ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਰਾਹੀਂ ਭਾਰਤੀ ਨਾਗਰਿਕਤਾ ਖੋਹੀ ਜਾ ਸਕਦੀ ਆ? ਭਾਰਤੀ ਨਾਗਰਿਕਤਾ ਨੂੰ ਕਿੰਨੇ ਤਰੀਕਿਆਂ ਨਾਲ ਹਾਸਿਲ ਕੀਤਾ ਜਾ ਸਕਦਾ ਹੈ? ਹਾਂਜੀ, ਭਾਰਤੀ ਨਾਗਰਿਕਤਾ ਨੂੰ ਕਿੰਨੇ ਤਰੀਕਿਆਂ ਨਾਲ ਹਾਸਿਲ ਕੀਤਾ ਜਾ ਸਕਦਾ? ਤਾਂ 5 ਤਰੀਕੇ ਆ ਜਿਨ੍ਹਾਂ ਨਾਲ ਭਾਰਤੀ ਨਾਗਰਿਕਤਾ ਨੂੰ ਹਾਸਿਲ ਕੀਤਾ ਜਾ ਸਕਦਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਿਹੜੇ ਆ? ਕਿਸੇ ਖੇਤਰ ਨੂੰ ਸ਼ਾਮਿਲ ਕਰਕੇ, ਵੰਸ਼ ਦੁਆਰਾ, ਜਨਮ ਦੁਆਰਾ, ਠੀਕ ਹੈ, ਤੇ ਦੇਸੀਕਰਨ ਦੁਆਰਾ ਜਾਨੀ ਕਿ ਨੇਚਰਲਾਈਜੇਸ਼ਨ ਦੁਆਰਾ, ਰਜਿਸਟਰੀਕਰਨ ਦੁਆਰਾ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਕੋਈ ਵੀ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ ਜੇਕਰ ਉਹ, ਹਾਂਜੀ, ਕੋਈ ਵੀ ਵਿਅਕਤੀ ਭਾਰਤ ਦਾ ਨਾਗਰਿਕ ਨਹੀਂ ਹੋਵੇਗਾ ਜੇਕਰ ਉਹ ਆਪਣੀ ਮਰਜ਼ੀ ਨਾਲ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਿਲ ਕਰ ਲੈਂਦਾ ਹੈ। ਤਾਂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਨਾਗਰਿਕਤਾ ਐਕਟ 1955 ਦੇ ਤਹਿਤ ਹੇਠ ਲਿਖੇ ਕਿਹੜੇ ਤਰੀਕੇ ਰਾਹੀਂ ਇੱਕ ਵਿਅਕਤੀ ਭਾਰਤ ਦਾ ਨਾਗਰਿਕ ਬਣ ਸਕਦਾ ਹੈ? ਹਾਂਜੀ, ਸਾਰੇ ਹੀ 5 ਤਰੀਕੇ ਆ ਜਿਨ੍ਹਾਂ ਰਾਹੀਂ ਇੱਕ ਵਿਅਕਤੀ ਭਾਰਤ ਦਾ ਨਾਗਰਿਕ ਬਣ ਸਕਦਾ ਹੈ, ਜਾਨੀ ਕਿ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਕਿ ਇੱਕ ਵਿਅਕਤੀ ਇਹ 5 ਤਰੀਕੇ ਅਪਣਾ ਕੇ ਭਾਰਤ ਦਾ ਜਿਹੜਾ ਨਾਗਰਿਕ ਆ ਉਹ ਬਣ ਸਕਦਾ ਵਾ। ਕਿਹੜੇ ਆ? ਕਿਸੇ ਖੇਤਰ ਨੂੰ ਸ਼ਾਮਿਲ ਕਰਕੇ, ਵੰਸ਼ ਦੁਆਰਾ, ਜਨਮ ਦੁਆਰਾ, ਨੈਚੁਰਲਾਈਜੇਸ਼ਨ ਦੁਆਰਾ, ਰਜਿਸਟ੍ਰੇਸ਼ਨ ਦੁਆਰਾ। ਅਗਲਾ ਪ੍ਰਸ਼ਨ, ਕਿਸ ਦੇਸ਼ ਦੁਆਰਾ ਦੋਹਰੀ ਨਾਗਰਿਕਤਾ ਸਵੀਕਾਰ ਕੀਤੀ ਜਾਂਦੀ ਹੈ? ਹਾਂਜੀ, ਦੋਹਰੀ ਨਾਗਰਿਕਤਾ ਕਿਹੜੇ ਦੇਸ਼ ਦੇ ਵਿੱਚ ਆ? ਅਮਰੀਕਾ ਦੇ ਵਿੱਚ ਆ। ਇਸ ਤੋਂ ਇਲਾਵਾ ਤੁਹਾਨੂੰ MCQ ਇਹ ਆ ਸਕਦਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਸੀਂ ਕਿਹੜੇ ਦੇਸ਼ ਤੋਂ ਕੁਝ ਵੀ ਅਡਾਪਟ ਨਹੀਂ ਕੀਤਾ, ਯਾਨੀ ਕਿ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਅਸੀਂ ਭਾਰਤੀ ਸੰਵਿਧਾਨ ਵਿੱਚ ਕੁਝ ਵੀ ਨਹੀਂ ਲਿਆਂਦਾ? ਤਾਂ ਚੀਨ ਤੋਂ ਨਹੀਂ ਲੈ ਕੇ ਆਂਦਾ ਜੀ, ਧਿਆਨ ਰੱਖਿਓ। ਅਗਲਾ ਪ੍ਰਸ਼ਨ, ਡੈਸ਼ ਕੋਲ ਭਾਰਤ ਵਿੱਚ ਨਾਗਰਿਕਤਾ ਦੇ ਅਧਿਕਾਰ ਨੂੰ ਨਿਯਮਤ ਕਰਨ ਦੀ ਸ਼ਕਤੀ ਹੈ? ਹਾਂਜੀ, ਸੰਸਦ ਕੋਲ ਭਾਰਤ ਵਿੱਚ ਨਾਗਰਿਕਤਾ ਦੇ ਅਧਿਕਾਰ ਨੂੰ ਨਿਯਮਤ ਕਰਨ ਦੀ ਸ਼ਕਤੀ ਹੈ। ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ, ਸੰਸਦ। ਅਗਲਾ ਪ੍ਰਸ਼ਨ, ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਅਰਜ਼ੀ ਦੇਣ ਤੋਂ ਤੁਰੰਤ ਪਹਿਲਾਂ ਕਿੰਨੇ ਸਾਲਾਂ ਲਈ ਭਾਰਤ ਵਿੱਚ ਨਿਵਾਸੀ ਹੋਣਾ ਚਾਹੀਦਾ ਹੈ? ਹਾਂਜੀ, ਭਾਰਤ ਦੇ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ 5 ਸਾਲ ਮਤਲਬ ਕਿ ਭਾਰਤ ਦੇ ਵਿੱਚ ਰਹਿਣਾ ਚਾਹੀਦਾ ਵਾ। ਰਜਿਸਟ੍ਰੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਇੱਕ ਵਿਅਕਤੀ ਨੂੰ ਅਰਜ਼ੀ ਦੇਣ ਤੋਂ ਤੁਰੰਤ ਪਹਿਲਾਂ 5 ਸਾਲ ਭਾਰਤ ਦਾ ਨਿਵਾਸੀ ਹੋਣਾ ਚਾਹੀਦਾ, ਯਾਨੀ ਕਿ 5 ਸਾਲ ਭਾਰਤ ਵਿੱਚ ਰਹਿਣਾ ਚਾਹੀਦਾ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਭਾਰਤ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਕਦੋਂ ਖਤਮ ਕੀਤੀ ਜਾ ਸਕਦੀ ਹੈ? ਹਾਂਜੀ, ਭਾਰਤ ਵਿੱਚ ਕਿਸੇ ਵਿਅਕਤੀ ਦੀ ਜਿਹੜੀ ਨਾਗਰਿਕਤਾ ਉਹ ਕਦੋਂ ਖਤਮ ਕੀਤੀ ਜਾ ਸਕਦੀ ਹੈ? ਜੰਗ ਦੇ ਸਮੇਂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਦੇ ਅਨੁਸਾਰ ਡੋਮਿਸਾਈਲ ਦਾ ਅਰਥ ਹੈ? ਹਾਂਜੀ, ਭਾਰਤੀ ਸੰਵਿਧਾਨ ਅਨੁਸਾਰ ਡੋਮਿਸਾਈਲ ਦਾ ਅਰਥ ਆ ਸਥਾਈ ਘਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੇ ਅਧਿਕਾਰ ਸਿਰਫ ਨਾਗਰਿਕਤਾ ਨੂੰ ਉਪਲਬਧ ਹਨ? ਹਾਂਜੀ, ਉਹ ਕਿਹੜੇ ਅਧਿਕਾਰ ਆ ਜਿਹੜੇ ਸਿਰਫ ਨਾਗਰਿਕਤਾ ਨੂੰ ਹੀ ਉਪਲਬਧ ਹਨ? ਤਾਂ ਇਹ ਅਧਿਕਾਰ ਪਹਿਲਾਂ ਅਸੀਂ ਪੜ੍ਹ ਕੇ ਦੇਖ ਲੈਂਦੇ ਹਾਂ। ਬੋਲਣ ਦਾ, ਅਸੈਂਬਲੀ ਦਾ ਅਤੇ ਐਸੋਸੀਏਸ਼ਨ ਦੀ ਆਜ਼ਾਦੀ, ਜਿਹੜੇ ਕਿ ਅਨੁਛੇਦ 19 ਦੇ ਵਿੱਚ ਮਿਲਦੇ ਆ। ਇਹ ਬਿਲਕੁਲ ਠੀਕ ਆ। ਜਾਇਦਾਦ ਹਾਸਲ ਕਰਨ ਜਾਂ ਕਿਸੇ ਵੀ ਕਿੱਤੇ, ਵਪਾਰ ਜਾਂ ਕਾਰੋਬਾਰ ਨੂੰ ਜਾਰੀ ਰੱਖਣ ਦੀ ਆਜ਼ਾਦੀ, ਇਹ ਵੀ ਬਿਲਕੁਲ ਠੀਕ ਹੈ। ਭਾਰਤ ਦੇ ਖੇਤਰ ਦੇ ਕਿਸੇ ਵੀ ਹਿੱਸੇ ਵਿੱਚ ਜਾਣ, ਰਹਿਣ ਅਤੇ ਬਸਣ ਦੀ ਆਜ਼ਾਦੀ, ਇਹ ਵੀ ਬਿਲਕੁਲ ਠੀਕ ਹੈ। ਠੀਕ ਹੈ। ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਇਹ ਰੋਂਗ ਆ। ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਅਧਿਕਾਰ ਸਿਰਫ ਨਾਗਰਿਕਤਾ ਨੂੰ ਉਪਲਬਧ ਹਨ? ਨਾਗਰਿਕਤਾ ਨੂੰ ਉੱਪਰਲੇ 3 ਅਧਿਕਾਰ ਉਪਲਬਧ ਆ, ਤਾਂ ਇਹ ਆਪਸ਼ਨ ਹੈਗੀ ਆ ਬੀ। ਅਗਲਾ ਪ੍ਰਸ਼ਨ ਆ ਜੀ, ਹੇਠ ਲਿਖੇ ਅਧਿਕਾਰ ਅਤੇ ਵਿਸ਼ੇਸ਼ ਅਧਿਕਾਰ ਨਾਗਰਿਕਤਾ ਨੂੰ ਦਿੱਤੇ ਜਾਂਦੇ ਹਨ ਪਰ ਦੋਸਤਾਨਾ ਪਰਦੇਸੀ ਲੋਕਾਂ ਨੂੰ ਨਹੀਂ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਵਿਸ਼ੇਸ਼ ਅਧਿਕਾਰ ਆ ਜਿਹੜੇ ਨਾਗਰਿਕਾਂ ਨੂੰ ਦਿੱਤੇ ਜਾਂਦੇ ਆ ਪਰ ਦੋਸਤਾਨਾ ਪਰਦੇਸੀ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ? ਤਾਂ ਅਨੁਛੇਦ 15। ਅਨੁਛੇਦ 15 ਦੇ ਵਿੱਚ ਜਿਹੜੇ ਅਧਿਕਾਰ ਆ ਉਹ ਕਿਹਨਾਂ ਨੂੰ ਦਿੱਤੇ ਜਾਂਦੇ ਆ? ਹਾਂਜੀ, ਅਨੁਛੇਦ 15 ਦੇ ਵਿੱਚ ਜਿਹੜੇ ਅਧਿਕਾਰ ਆ ਉਹ ਨਾਗਰਿਕਾਂ ਨੂੰ ਦਿੱਤੇ ਜਾਂਦੇ ਆ ਪਰ ਦੋਸਤਾਨਾ ਪਰਦੇਸੀ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ। ਠੀਕ ਹੈ। ਅਨੁਛੇਦ 15 ਦੇ ਵੀ ਆ ਤੇ ਅਨੁਛੇਦ 29 ਦੇ ਵੀ ਆ। ਠੀਕ ਹੈ। ਸੌਰੀ, ਮੈਂ ਪਹਿਲਾਂ ਧਿਆਨ ਨਾਲ ਨਹੀਂ ਦੇਖਿਆ
कि ऑप्शन दूसरी तरह दित्तियां होईयां वा 15 एंड 29। ठीक है, 1 ते 3 इहदा राइट आंसर आऊगा, ऑप्शन ए इज द राइट आंसर है। हुण अनुच्छेद जिहड़ा 15 है किहदे नाल संबंधित आ? मौलिक अधिकार आउंदे आ ना अनुच्छेद 15 दे विच, जिहड़े कि समानता दे अधिकार नाल संबंधित आ जांदे आ। ठीक है, ये भी तुसीं याद रखना। ते 29 भी मौलिक अधिकार आ जिहड़ा सभ्याचार अते सिੱਖਿਆ नाल संबंधित आ जांदा। अगला प्रश्न, ਭਾਰਤ ਵਿੱਚ ਦੋਹਰੀ ਨਾਗਰਿਕਤਾ 2005 ਦੇ ਸੰਬੰਧ ਵਿੱਚ ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂਜੀ, ਦੋਹਰੀ ਨਾਗਰਿਕਤਾ 2005 ਦੇ ਸੰਬੰਧ ਵਿੱਚ ਕਿਹੜਾ ਕਥਨ ਸਹੀ ਆ? ਤਾਂ ਉਹ ਅਸੀਂ ਦੇਖ ਲੈਂਦੇ ਹਾਂ। ਪਹਿਲਾਂ ਅਸੀਂ ਪੜ੍ਹਦੇ ਹਾਂ, ਟੈਕਸ ਦੇ ਉਦੇਸ਼ ਲਈ ਦੋਹਰੀ ਨਾਗਰਿਕਤਾ ਨੂੰ ਨਾਗਰਿਕ ਮੰਨਿਆ ਜਾਣਾ ਚਾਹੀਦਾ ਹੈ। ਗਲਤ ਆ। ਅੱਗੇ, ਉਹ ਜਨਤਕ ਆਉਂਦੇ ਲਈ ਚੁਣੇ ਜਾਣ ਦੇ ਯੋਗ ਨਹੀਂ ਹਨ। ਇਹ ਬਿਲਕੁਲ ਠੀਕ ਆ ਕਿ ਜਿਹੜੇ ਦੋਹਰੀ ਨਾਗਰਿਕਤਾ 2005 ਦੇ ਸੰਬੰਧ ਵਿੱਚ ਆ ਇਹ ਸੀਗਾ ਕਿ ਉਹ ਜਨਤਕ ਆਉਂਦੇ ਲਈ ਚੁਣੇ ਜਾਣ ਦੇ ਯੋਗ ਨਹੀਂ ਹਨ। ਤੇ ਫਿਰ ਦੋਹਰੀ ਨਾਗਰਿਕਤਾ ਪ੍ਰਵਾਸੀ ਭਾਰਤੀਆਂ ਨੂੰ ਵੋਟਿੰਗ ਅਧਿਕਾਰ ਪ੍ਰਦਾਨ ਨਹੀਂ ਕਰਦੀ, ਬਿਲਕੁਲ ਨਹੀਂ ਕਰਦੀ। ਤਾਂ 2 ਤੇ 3 ਸਹੀ ਆ, ਤਾਂ ਆਪਸ਼ਨ ਸੀ ਇਸ ਦਾ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਹੇਠਾਂ ਦਿੱਤੇ ਕਥਨ ਤੇ ਗੌਰ ਕਰੋ। ਹਾਂਜੀ, ਗੌਰ ਕਰੋ ਤੇ ਦੱਸੋ ਕਿਹੜਾ ਸਹੀ ਆ। ਪੜ੍ਹ ਲੈਂਦੇ ਹਾਂ ਪਹਿਲਾਂ। ਹਾਂਜੀ, ਸ਼ਰਨ ਕਿਸੇ ਵੀ ਦੇਸ਼ ਵਿੱਚ ਉਹਨਾਂ ਲੋਕਾਂ ਨੂੰ ਦਿੱਤੀ ਗਈ ਕਾਨੂੰਨੀ ਸੁਰੱਖਿਆ ਹੈ ਜੋ ਆਪਣੇ ਦੇਸ਼ ਵਾਪਸ ਜਾਣ ਤੋਂ ਡਰਦੇ ਹਨ। ਬਿਲਕੁਲ ਠੀਕ ਹੈ। ਹਾਂਜੀ, ਡੋਮਿਸਾਈਲ ਦਾ ਮਤਲਬ ਹੈ ਕਿ ਕਿਸੇ ਦੇਸ਼ ਵਿੱਚ ਉਹਨਾਂ ਨੂੰ ਆਪਣਾ ਸਥਾਈ ਘਰ ਬਣਾਉਣ ਦੇ ਇਰਾਦੇ ਨਾਲ ਰਹਿਣਾ। ਬਿਲਕੁਲ ਠੀਕ ਹੈ। ਪਰਦੇਸੀ ਨੂੰ ਬਾਹਰ ਕੱਢਣਾ ਦੇਸ਼ ਨਿਕਾਲਾ ਕਿਹਾ ਜਾਂਦਾ ਹੈ। ਬਿਲਕੁਲ ਠੀਕ ਹੈ। ਨਿਵਾਸੀ ਉਹ ਹੁੰਦਾ ਹੈ ਜੋ ਕੁਝ ਦਿਨਾਂ ਲਈ ਦੇਸ਼ ਵਿੱਚ ਰਹਿੰਦਾ ਹੈ। ਬਿਲਕੁਲ ਠੀਕ ਹੈ। ਤਾਂ ਇਹ ਉਪਰੋਕਤ ਸਾਰੇ ਹੀ ਠੀਕ ਆ, ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਨਾਗਰਿਕਤਾ ਸ਼ੋਧ ਬਿੱਲ ਸੰਸਦ ਦੁਆਰਾ ਕਦੋਂ ਪਾਸ ਕੀਤਾ ਗਿਆ? ਹਾਂਜੀ, ਨਾਗਰਿਕਤਾ ਸ਼ੋਧ ਬਿੱਲ ਸੰਸਦ ਦੁਆਰਾ 2019 ਦੇ ਵਿੱਚ ਪਾਸ ਕੀਤਾ ਗਿਆ। ਵੈਰੀ ਇੰਪੋਰਟੈਂਟ, ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਭਾਰਤ ਵਿੱਚ ਸ਼ਾਮਿਲ ਹੋਣ ਦੇ ਨਤੀਜੇ ਵਜੋਂ ਕਿਸ ਖੇਤਰ ਦੇ ਨਿਵਾਸੀਆਂ ਨੂੰ ਭਾਰਤੀ ਨਾਗਰਿਕਤਾ ਮਿਲਦੀ ਹੈ? ਹਾਂਜੀ, ਭਾਰਤ ਵਿੱਚ ਸ਼ਾਮਿਲ ਹੋਣ ਦੇ ਨਤੀਜੇ ਵਜੋਂ ਚੰਦਨ ਨਗਰ ਦੇ ਨਿਵਾਸੀਆਂ ਨੂੰ ਭਾਰਤੀ ਨਾਗਰਿਕਤਾ ਮਿਲਦੀ ਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਭਾਰਤੀ ਨਾਗਰਿਕਤਾ ਕਿਹੜੇ ਨਿਸ਼ਚਿਤ ਲਾਭਾਂ ਦੀ ਵਰਤੋਂ ਭਾਰਤੀ ਸੰਵਿਧਾਨ ਦੇ ਅਧੀਨ ਕਰ ਸਕਦਾ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਭਾਰਤੀ ਨਾਗਰਿਕ ਕਿਹੜੇ ਨਿਸ਼ਚਿਤ ਲਾਭਾਂ ਦੀ ਵਰਤੋਂ ਭਾਰਤੀ ਸੰਵਿਧਾਨ ਦੇ ਅਧੀਨ ਕਰ ਸਕਦਾ? ਕੇਵਲ ਭਾਰਤੀ ਨਾਗਰਿਕ ਹੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਰਾਜ ਦਾ ਰਾਜਪਾਲ ਬਣ ਸਕਦਾ। ਵੈਰੀ ਇੰਪੋਰਟੈਂਟ ਐਂਡ ਫਸਟ ਵਿੱਚ ਹੀ ਅਸੀਂ ਅਟੈਂਪਟ ਕੀਤਾ। ਠੀਕ ਹੈ ਇਹ। ਠੀਕ ਹੈ। ਅੱਗੇ, ਕੇਵਲ ਭਾਰਤੀ ਨਾਗਰਿਕ ਹੀ ਉੱਚ ਅਦਾਲਤ ਅਤੇ ਸਰਵਉੱਚ ਅਦਾਲਤ ਦਾ ਜੱਜ ਹੋ ਸਕਦਾ। ਹਾਂਜੀ, ਬਿਲਕੁਲ। ਕੇਵਲ ਭਾਰਤੀ ਨਾਗਰਿਕ ਹੀ ਕੇਂਦਰੀ ਸੰਸਦ ਅਤੇ ਵਿਧਾਨ ਸਭਾ ਲਈ ਵੋਟਰ ਦੇ ਰੂਪ ਵਿੱਚ ਰਜਿਸਟਰਡ ਹੋ ਸਕਦਾ। ਇਹ ਵੀ ਬਿਲਕੁਲ ਠੀਕ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਇਹ ਸਭ ਕੁਛ ਆ ਜਿਹੜਾ ਭਾਰਤੀ ਨਾਗਰਿਕ ਕਰ ਸਕਦਾ ਵਾ, ਪਰ ਕੋਈ ਹੋਰ ਨਹੀਂ। ਅਗਲਾ ਪ੍ਰਸ਼ਨ, ਭਾਰਤੀ ਨਾਗਰਿਕਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਹਾਂਜੀ, ਭਾਰਤੀ ਨਾਗਰਿਕਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਭਾਰਤੀ ਬੈਂਕ ਵਿੱਚ ਜਮ੍ਹਾਂ ਰਕਮ ਕਰਕੇ। ਠੀਕ ਹੈ, ਭਾਰਤੀ ਬੈਂਕ ਵਿੱਚ ਰਕਮ ਜਮ੍ਹਾਂ ਕਰਕੇ ਕੋਈ ਭਾਰਤੀ ਨਾਗਰਿਕਤਾ ਨਹੀਂ ਮਿਲ ਜਾਂਦੀ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜਨਮ ਦੁਆਰਾ, ਪ੍ਰਕਿਰਤੀਕਰਨ ਦੁਆਰਾ ਜ਼ਮੀਨ ਦੇ ਕਿਸੇ ਹਿੱਸੇ ਨੂੰ ਜੋੜ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ। ਅਗਲਾ ਪ੍ਰਸ਼ਨ, ਨਾਗਰਿਕਤਾ ਨੂੰ ਦਿੱਤੇ ਗਏ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰਾਂ ਦਾ ਮੂਲ ਮਕਸਦ ਕੀ ਹੈ? ਹਾਂਜੀ, ਨਾਗਰਿਕਾਂ ਨੂੰ ਦਿੱਤੇ ਗਏ ਸੱਭਿਆਚਾਰ ਅਤੇ ਵਿਦਿਅਕ ਅਧਿਕਾਰਾਂ ਦਾ ਮੂਲ ਮਕਸਦ ਆ ਘੱਟ ਗਿਣਤੀਆਂ ਦੇ ਸੱਭਿਆਚਾਰ ਦੀ ਰੱਖਿਆ ਲਈ ਸਹਾਇਕ ਹੋਣਾ। ਠੀਕ ਹੈ ਜੀ, ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ, ਕੋਈ ਵਿਅਕਤੀ ਭਾਰਤੀ ਨਾਗਰਿਕ ਨਹੀਂ ਹੋਵੇਗਾ ਜੇਕਰ ਉਹ, ਹਾਂਜੀ, ਕੋਈ ਵਿਅਕਤੀ ਭਾਰਤੀ ਨਾਗਰਿਕ ਨਹੀਂ ਹੋਵੇਗਾ ਜੇਕਰ ਉਹ ਆਪਣੀ ਇੱਛਾ ਨਾਲ ਦੂਸਰੇ ਦੇਸ਼ ਦੀ ਨਾਗਰਿਕਤਾ ਗ੍ਰਹਿਣ ਕਰ ਲੈਂਦਾ ਹੈ। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਠੀਕ ਹੈ ਜੀ, ਤੇ ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਵਿਦੇਸ਼ ਵਿੱਚ 5 ਸਾਲ ਤੋਂ ਜ਼ਿਆਦਾ ਰਹਿ ਰਿਹਾ ਹੋਵੇ। ਠੀਕ ਹੈ, ਤਾਂ ਇਹ ਕੋਈ ਜ਼ਰੂਰੀ ਨਹੀਂ ਗਾ। ਜਿੰਨਾ ਟਾਈਮ ਉਹ ਪੱਕਾ ਨਹੀਂ ਹੋ ਜਾਂਦਾ ਵਿਦੇਸ਼ ਦੇ ਵਿੱਚ, ਉਨੀ ਦੇਰ ਤੱਕ ਉਹ ਭਾਰਤ ਦਾ ਨਾਗਰਿਕ ਹੀ ਰਹਿੰਦਾ। ਵਿਦੇਸ਼ੀ ਅਦਾਲਤ ਦੁਆਰਾ ਸਜ਼ਾ ਦਿੱਤੀ ਹੋਈ ਗਈ ਹੋਵੇ, ਇਹ ਵੀ ਕੋਈ ਜ਼ਰੂਰੀ ਨਹੀਂ ਗਾ। ਦੂਸਰੇ ਦੇਸ਼ ਵਿੱਚ ਰੁਜ਼ਗਾਰ ਸਵੀਕਾਰ ਕਰ ਲਿਆ ਗਿਆ ਹੋਵੇ, ਇਹ ਵੀ ਜ਼ਰੂਰੀ ਨਹੀਂ ਗਾ। ਠੀਕ ਹੈ ਜੀ। ਹਾਂਜੀ, ਹੁਣ ਆਪਾਂ ਇਹ ਭਾਰਤੀ ਨਾਗਰਿਕਤਾ ਨਾਲ ਕਰ ਰਹੇ ਸੀ। ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਭਾਰਤੀ ਸੰਵਿਧਾਨ ਦੇ ਵਿੱਚ 25 ਭਾਗ ਆ। ਠੀਕ ਹੈ, ਵਰਤਮਾਨ ਸਮੇਂ 448 ਪਲੱਸ ਅਨੁਛੇਦ ਆ, ਆਰਟੀਕਲ ਆ। 25 ਦੇ ਵਿੱਚੋਂ ਭਾਗ ਦੂਜਾ ਨਾਗਰਿਕਤਾ ਨਾਲ ਸੰਬੰਧਿਤ ਆ। ਆਰਟੀਕਲ ਆ ਜਿਹੜੇ ਭਾਗ 2 ਦੇ ਵਿੱਚ 5 ਤੋਂ 11 ਇਹ ਨਾਗਰਿਕਤਾ ਨਾਲ ਸੰਬੰਧਿਤ ਆ। ਆਰਟੀਕਲ 5
ਭਾਰਤ ਦੀ ਨਾਗਰਿਕਤਾ ਦੀ ਪਰਿਭਾਸ਼ਾ ਦਿੰਦਾ ਵਾ। ਆਰਟੀਕਲ 6 ਪਾਕਿਸਤਾਨ ਤੋਂ ਆਉਣ ਵਾਲਿਆਂ ਦੀ ਨਾਗਰਿਕਤਾ ਬਾਰੇ ਜਾਣਕਾਰੀ। ਆਰਟੀਕਲ 7 ਵਿੱਚ ਜਿਹੜੇ ਲੋਕ ਭਾਰਤ ਤੋਂ ਪਾਕਿਸਤਾਨ ਚਲੇ ਜਾਂਦੇ ਉਹਨਾਂ ਦੀ ਜਾਣਕਾਰੀ। ਆਰਟੀਕਲ 8 ਵਿੱਚ ਭਾਰਤ ਵਿੱਚ ਜਨਮ ਹੋਇਆ ਹੋਵੇ ਪਰ ਰਹਿੰਦੇ ਵਿਦੇਸ਼ ਵਿੱਚ ਹੋਣ ਉਹਨਾਂ ਦੀ ਜਾਣਕਾਰੀ। ਆਰਟੀਕਲ 9 ਦੇ ਵਿੱਚ ਵਿਦੇਸ਼ੀ ਰਾਜ ਦੀ ਨਾਗਰਿਕਤਾ ਲੈਣ ਤੇ ਭਾਰਤ ਦਾ ਨਾਗਰਿਕ ਨਾ ਹੋਣਾ, ਯਾਨੀ ਕਿ ਉਹ ਹੁਣ ਭਾਰਤ ਦਾ ਨਾਗਰਿਕ ਨਹੀਂ ਰਹੇਗਾ ਜੇਕਰ ਉਹਨੇ ਵਿਦੇਸ਼ੀ ਰਾਜ ਦੀ ਨਾਗਰਿਕਤਾ ਲੈ ਲਈ ਹੈ, ਇਹਦੀ ਜਾਣਕਾਰੀ ਮਿਲਦੀ ਹੈ। ਭਾਗ ਦਾ ਆਰਟੀਕਲ 10 ਦੇ ਵਿੱਚ ਨਾਗਰਿਕਤਾ ਦੇ ਅਧਿਕਾਰ ਨਹੀਂ, ਨਾਗਰਿਕਾਂ ਦੇ ਅਧਿਕਾਰਾਂ ਦੀ ਨਿਰੰਤਰਤਾ ਦੀ ਜਾਣਕਾਰੀ ਮਿਲਦੀ ਆ। ਆਰਟੀਕਲ 11 ਦੇ ਵਿੱਚ ਨਾਗਰਿਕਤਾ ਦੇ ਅਧਿਕਾਰਾਂ ਨੂੰ ਨਿਯਮਤ ਕਰਨ ਲਈ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਜਾਣਕਾਰੀ ਮਿਲਦੀ ਆ। ਇਹ ਸੀ ਭਾਰਤੀ ਨਾਗਰਿਕਤਾ ਸੰਬੰਧੀ ਜਾਣਕਾਰੀ ਹੈ ਜਿਹੜੀ ਅਸੀਂ ਬ੍ਰਿਟੇਨ ਦੇ ਸੰਵਿਧਾਨ ਤੋਂ ਲਈ ਹੈ। ਠੀਕ ਹੈ, ਬ੍ਰਿਟੇਨ ਤੋਂ ਲਈ ਆ, UK ਆ ਸਕਦਾ, ਇੰਗਲੈਂਡ ਆ ਸਕਦਾ, ਤਾਂ ਆਪਸ਼ਨ ਦੇਖ ਕੇ ਕਨਫਿਊਜ਼ ਨਾ ਹੋਇਓ ਤੁਸੀਂ। ਤਾਂ ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਪ੍ਰਣਾਲੀ ਹੈ, ਇਹ ਤੁਸੀਂ ਯਾਦ ਰੱਖਣਾ। ਹਾਂਜੀ, ਹੁਣ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਭਾਰਤੀ ਸੰਵਿਧਾਨ ਦੇ ਵਿੱਚ ਅਗਹਿਰੀ ਨਾਗਰਿਕਤਾ ਮੈਂ ਫਿਰ ਤੋਂ ਦੱਸ ਰਹੀ ਹਾਂ ਇੱਕ ਵਾਰ, ਠੀਕ ਹੈ ਜੀ। ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ।